Dear students, welcome to Department of Physical Education and Sports, Guru Nanak Collegiate Senior Secondary School for Girls, ਸ਼੍ਰੀ ਮੁਕਤਸਰ ਸਾਹਿਬ। ਅੱਜ ਦਾ ਆਪਣਾ ਟੌਪਿਕ ਹੈ ਜੀ ਯੋਗਾ, ਮੀਨਿੰਗ, ਡੈਫੀਨੇਸ਼ਨ ਐਂਡ ਇੰਪੋਰਟੈਂਸ। ਯੋਗਾ ਦਾ ਮੀਨਿੰਗ ਕੀ ਹੈ? ਯੋਗ ਜਿਹੜਾ ਸ਼ਬਦ ਹੈਗਾ ਉਹ ਸੰਸਕ੍ਰਿਤੀ ਦੇ ਯੁੱਜ ਸ਼ਬਦ ਤੋਂ ਲਿਆ ਗਿਆ ਹੈ। ਯੋਗ ਸ਼ਬਦ ਸੰਸਕ੍ਰਿਤੀ ਦੇ ਯੁੱਜ ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਮੀਨਿੰਗ ਹੈ ਜੋੜਨਾ ਜਾਂ ਬੰਨਣਾ। ਇਸ ਦਾ ਭਾਵ ਹੈ ਸਰੀਰ, ਦਿਮਾਗ ਅਤੇ ਆਤਮਾ ਨੂੰ ਇਕਸੁਰ ਕਰਨਾ। ਅਰੋਗ ਸਰੀਰ ਵਿੱਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ। ਯੋਗ ਰਾਹੀਂ ਅਸੀਂ ਮਨ ਅਤੇ ਸਰੀਰ ਦੋਨਾਂ ਨੂੰ ਚਿੰਤਾ ਅਤੇ ਬਿਮਾਰੀਆਂ ਤੋਂ ਮੁਕਤ ਕਰਕੇ ਤੰਦਰੁਸਤ ਸਰੀਰ ਪ੍ਰਾਪਤ ਕਰ ਲੈਂਦੇ ਹਾਂ। ਜਾਂ ਅਸੀਂ ਕਹਿੰਦੇ ਹਾਂ ਕਿ ਯੋਗ ਦਾ ਜਿਹੜਾ ਮੀਨਿੰਗ ਹੈ ਉਹ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਕਿਹਾ ਜਾਂਦਾ ਹੈ। ਮੀਨਿੰਗ ਆਫ ਯੋਗਾ ਕੀ ਹੈਗੀ? ਇਹਦੀ ਹਿਸਟਰੀ ਭਾਰਤ ਵਿੱਚ ਜਿਹੜਾ ਇਹ ਰਿਸ਼ੀਆਂ ਮੁਨੀਆਂ ਦੁਆਰਾ ਯੋਗ ਦੀ ਸ਼ੁਰੂਆਤ ਬਿਮਾਰੀਆਂ ਤੋਂ ਛੁਟਕਾਰਾ ਕਰਵਾਉਣ ਦੇ ਲਈ ਕੀਤੀ ਜਾਂਦੀ ਸੀ ਅਤੇ ਮਨ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ। ਮਹਾਰਿਸ਼ੀ ਜਿਹੜੇ ਪਤੰਜਲੀ ਹੈ ਤੋਂ ਯੋਗ ਦੀ ਸ਼ੁਰੂਆਤ ਹੋਈ ਹੈ। ਅੱਜ ਦੇ ਸਮੇਂ ਵਿੱਚ ਦੁਨੀਆ ਦੇ ਹਰੇਕ ਕੋਨੇ ਵਿੱਚ ਜਿਹੜਾ ਯੋਗ ਹੋ ਰਿਹਾ ਹੈ। ਯੋਗ ਦੀ ਮਹੱਤਤਾ ਨੂੰ ਦੇਖਦੇ ਹੋਏ 21 ਜੂਨ ਨੂੰ ਇਹ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਯੋਗ ਡੇ ਹੈ ਜਿਹੜਾ ਯੋਗਾ ਡੇ ਆ ਉਹ 21 ਜੂਨ ਨੂੰ ਮਨਾਇਆ ਜਾਂਦਾ ਹੈ। ਅਤੇ ਇਹਦੀ ਡੈਫੀਨੇਸ਼ਨਸ ਕੀ ਹੈ ਯੋਗ ਦੀਆਂ? ਕਿ ਯੋਗ ਇੱਕ ਸੰਸਕ੍ਰਿਤੀ ਸ਼ਬਦ ਹੈ ਜੋ ਸੰਸਕ੍ਰਿਤੀ ਮੂਲ ਯੁੱਜ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੁੜਨਾ ਜਾਂ ਸੰਤੁਲਨ ਰੱਖਣਾ। ਯੋਗ ਦੇ ਸਥਾਈ ਅਤੇ ਲੰਮੇ ਸਮੇਂ ਦੇ ਅਭਿਆਸ ਦੇ ਨਾਲ ਇਹ ਸੰਭਵ ਹੋਇਆ ਹੈ। ਯੋਗ ਦੀਆਂ ਕੁਝ ਡੈਫੀਨੇਸ਼ਨਸ ਨੇ। ਲਾਰਡ ਕ੍ਰਿਸ਼ਨਾ ਹੈਜ਼ ਰਿਟਨ ਇਨ ਦਾ ਗੀਤਾ, ਯੋਗ ਕਰਮੁਜ ਕੁਸ਼ਲਮ। It means skill in action with efficiency alone is yoga. According to Swami Digbars, yoga is a union of Atma and Paramatma. Satyapal says yoga is derived from Sanskrit root use, which means a union of soul with the God. Shankaracharya says yoga is the withdrawals of sense organs from the worldly object and their control through yoga. Shri Vez has written is meaning of yoga is samadhi। कि योग ਦਾ ਮਤਲਬ ਕੀ ਹੈਗਾ? ਸਮਾਧੀ। ਇੰਪੋਰਟੈਂਸ ਆਫ ਯੋਗਾ, ਯੋਗ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ ਉਹ ਕੀ ਹੈਗੀ ਹੈ ਕਿ ਇੱਕ ਚੰਗੇ ਸਰੀਰ ਲਈ ਹਰ ਵਿਅਕਤੀ ਦਾ ਇੱਕ ਸੁਪਨਾ ਹੁੰਦਾ ਹੈ। ਚੰਗੀ ਸਿਹਤ ਦਾ ਉਹਦਾ ਅਧਿਕਾਰ ਹੁੰਦਾ ਹੈ, ਪਰ ਹਰ ਵਿਅਕਤੀ ਦੀ ਸੋਚ ਹੈ ਜਿਹੜੀ ਸਮਾਜ ਹੈ ਅਤੇ ਆਲੇ ਦੁਆਲੇ ਦੇ ਤੱਤਾਂ ਉੱਤੇ ਨਿਰਭਰ ਕਰਦੀ ਹੈ। ਜੇਕਰ ਸਾਡਾ ਇਮਿਊਨਲ ਸਿਸਟਮ ਅਤੇ ਸੋਚਣ ਸ਼ਕਤੀ ਸਹੀ ਹੈ ਤਾਂ ਅਸੀਂ ਯੋਗ ਦੀ ਮਦਦ ਦੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਇੱਕ ਪ੍ਰਫੁੱਲਤ, ਚੁਸਤ ਅਤੇ ਬਲਸ਼ਾਲੀ ਜਿਹੜਾ ਸਰੀਰ ਹੈ ਪ੍ਰਾਪਤ ਕਰ ਸਕਦੇ ਹਾਂ। ਬੱਚਿਆਂ ਵਿੱਚ ਅੱਜ ਕੱਲ੍ਹ ਮਾਨਸਿਕ ਤਣਾਅ ਹੋਣ ਕਰਕੇ ਜਿਹੜਾ ਯੋਗ ਹੈ ਉਸ ਵਿੱਚ ਯੋਗ ਉਸ ਤਣਾਅ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਹੈ। ਯੋਗ ਉਹਨਾਂ ਦੀ ਸਰੀਰਕ ਸ਼ਕਤੀ, ਸਹਿਣਸ਼ੀਲਤਾ ਅਤੇ ਸਰੀਰਕ ਸਮਰੱਥਾ ਨੂੰ ਵੀ ਵਧਾਉਂਦਾ ਹੈ। ਯੋਗ ਕਰਨ ਨਾਲ ਅਸੀਂ ਆਪਣੇ ਮਨ ਨੂੰ ਇਕਾਗਰ ਕਰ ਸਕਦੇ ਹਾਂ। ਸਾਡਾ ਮਨ ਇਕਾਗਰ ਹੋਵੇਗਾ ਤਾਂ ਸਾਡਾ ਹਰ ਕੰਮ ਕਰਨ ਵਿੱਚ ਮਨ ਲੱਗੇਗਾ ਅਤੇ ਉਸ ਕੰਮ ਦਾ ਨਤੀਜਾ ਵੀ ਵਧੀਆ ਨਿਕਲੇਗਾ। ਯੋਗਾ ਰਿਡਿਊਸਡ ਮੈਂਟਲ ਟੈਂਸ਼ਨ, ਯੋਗ ਦੇ ਨਾਲ ਜਿਹੜੀ ਸਾਡੀ ਦਿਮਾਗੀ ਟੈਂਸ਼ਨ ਹੈਗੀ ਆ ਉਹ ਦੂਰ ਹੁੰਦੀ ਹੈ। ਮਨ ਜਿਹੜਾ ਫਰੈਸ਼ ਹੋ ਜਾਂਦਾ ਹੈ। ਯੋਗਾ ਕਰਜ਼ ਐਂਡ ਪ੍ਰੀਵੈਂਟ ਡਿਜ਼ੀਜ਼ਿਜ਼, ਜਿਹੜਾ ਯੋਗ ਦੇ ਨਾਲ ਕਈ ਜਿਹੜੀਆਂ ਡਿਜ਼ੀਜ਼ਿਜ਼ ਨੇ ਉਹ ਖਤਮ ਹੋ ਜਾਂਦੀਆਂ ਨੇ, ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਪਾਉਂਦਾ ਹੈ। ਯੋਗਾ ਪ੍ਰੋਵਾਈਡਸ ਰਿਲੈਕਸੇਸ਼ਨ, ਯੋਗ ਦੇ ਨਾਲ ਸਾਨੂੰ ਰੈਸਟ ਮਿਲਦੀ ਹੈ,
ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਯੋਗ ਕਰਨ ਦੇ ਨਾਲ। ਫਿਜ਼ੀਕਲੀ ਪਿਓਰਿਟੀ, ਜਿਹੜੀ ਯੋਗ ਕਰਨ ਦੇ ਨਾਲ ਸਾਡੀ ਫਿਜ਼ੀਕਲੀ ਜਿਹੜੀ ਸਾਨੂੰ ਪਿਓਰਿਟੀ ਹੁੰਦੀ ਹੈ। ਇੰਟਰਨਲ ਆਰਗਨਸ ਆਫ ਆਵਰ ਬੋਡੀ ਕੈਨ ਬੀ cleaned by various yogic exercise. Spiritual development through yoga, we can make efforts to attain spiritual development. We can have full control on mind by doing regular yogic exercise. Yoga reduce obesity. Yogic exercise help in reducing obesity. According to scholars, the causes of obesity is stress and mental tension. So by reducing mental tension through meditative asana, obesity can be reduced. Improves health. ਯੋਗਾ ਕਰਨ ਦੇ ਨਾਲ ਜਿਹੜੀ ਸਾਡੀ ਹੈਲਥ ਹੈਗੀ ਆ ਉਹਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ, ਇੰਪਰੂਵ ਹੁੰਦੀ ਹੈ ਉਹਦੇ ਨਾਲ। ਬਿਊਟੀਫਿਕੇਸ਼ਨ ਆਫ ਦਾ ਬੋਡੀ ਦੇ ਵਿੱਚ ਜਿਹੜੀ ਯੋਗ ਕਰਨ ਦੇ ਨਾਲ ਬਿਊਟੀ ਆਉਂਦੀ ਹੈ। ਬਿਊਟੀਫਿਕੇਸ਼ਨ ਬੋਡੀ ਹੈ ਜਿਹੜੀ ਬਹੁਤ ਹੀ ਵਧੀਆ ਦਿਖਣ ਲੱਗਦੀ ਹੈ ਯੋਗਾ ਕਰਨ ਦੇ ਨਾਲ। ਯੋਗਾ ਐਕਸਰਸਾਈਜ਼ ਫਲੈਕਸੀਬਿਲਿਟੀ, ਯੋਗਿਕ ਇਨਕਰੀਜ਼ਿਜ਼ ਫਲੈਕਸੀਬਿਲਿਟੀ। ਯੋਗ ਕਰਨ ਦੇ ਨਾਲ ਸਾਡੀ ਬੋਡੀ ਦੇ ਵਿੱਚ ਜਿਹੜੀ ਫਲੈਕਸੀਬਿਲਿਟੀ ਆਉਂਦੀ ਹੈ, ਸਾਡੇ 'ਚ ਮੂਵਮੈਂਟ ਬਹੁਤ ਜਲਦੀ ਹੋਣ ਲੱਗ ਜਾਂਦੀ ਹੈ ਬੋਡੀ ਦੇ ਆਰਗਨਸ ਦੇ ਵਿੱਚ। ਯੋਗਾ ਕੀਪਸ ਦਾ ਕਰੈਕਟ ਪੋਜੀਸ਼ਨ ਆਫ ਬੋਡੀ, ਜਿਹੜੀ ਯੋਗ ਕਰਨ ਦੇ ਨਾਲ ਸਾਡੀ ਜਿਹੜੀ ਪੋਜੀਸ਼ਨ ਹੈਗੀ ਆ ਬੋਡੀ ਦੀ ਉਹ ਕਰੈਕਟ ਹੁੰਦੀ ਆ, ਪੋਸਚਰ ਆ ਜਿਹੜਾ ਉਹ। ਯੋਗਾ ਕੀਪਸ ਦਾ ਕਰੈਕਟ ਪੋਸਚਰ ਆਫ ਬੋਡੀ, ਯੋਗਾ ਕਰਨ ਦੇ ਨਾਲ ਜਿਹੜਾ ਬੋਡੀ ਦਾ ਪੋਸਚਰ ਹੈ ਉਹ ਬਹੁਤ ਸਹੀ ਹੋ ਜਾਂਦਾ ਹੈ। ਹੁਣ ਇਹ ਜਿਹੜੀਆਂ ਯੋਗ ਦੀਆਂ ਐਕਸਰਸਾਈਜ਼ ਨੇ ਜਿਹੜੀਆਂ ਅਸੀਂ ਕਰਦੇ ਹਾਂ ਉਹਨਾਂ ਦੇ ਲਈ ਕੁਝ ਜਨਰਲ ਗਾਈਡਲਾਈਨਸ ਹੈਗੀਆਂ ਯੋਗਾ ਦੇ ਲਈ, ਕਿ ਯੋਗ ਆ ਜਿਹੜਾ ਹਮੇਸ਼ਾ ਖੁੱਲ੍ਹੀ ਅਤੇ ਹਵਾਦਾਰ ਸਥਾਨ 'ਤੇ ਜਾਂ ਸ਼ਾਂਤ ਮਾਹੌਲ ਦੇ ਵਿੱਚ ਕਰਨਾ ਚਾਹੀਦਾ ਹੈ। ਯੋਗ ਕਰਨ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਸਵੇਰ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਯੋਗ ਆਸਨ ਸ਼ੁਰੂ ਕਰਨ ਵਿੱਚ ਕਿਸੇ ਮਾਹਰ ਦੀ ਦੇਖ ਰੇਖ ਦੇ ਵਿੱਚ ਹੀ ਜਿਹੜਾ ਯੋਗ ਪਹਿਲਾਂ ਸ਼ੁਰੂ ਕਰਨਾ ਹੈ, ਤਾਂ ਕਿਸੇ ਇੰਸਟਰਕਟਰ ਦੀ ਸਹਾਇਤਾ ਦੇ ਨਾਲ ਹੀ ਯੋਗ ਕਰਨਾ ਚਾਹੀਦਾ ਹੈ। ਸਾਨੂੰ ਆਸਨ ਜਿਹੜੇ ਯੋਗ ਦੇ ਆਸਨਸ ਨੇ ਉਹ ਪੱਕੇ ਫਰਸ਼ 'ਤੇ ਨਹੀਂ, ਸਗੋਂ ਕੋਈ ਮੈਟ ਵਗੈਰਾ ਜਾਂ ਦਰੀ ਵਗੈਰਾ ਵਿਛਾ ਕੇ ਕਰਨੇ ਚਾਹੀਦੇ ਹਨ। ਯੋਗ ਆਸਨ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਿਆ ਨਮਸਕਾਰ ਹੈ ਜਿਹੜਾ ਉਹ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਰਾਮਦਾਇਕ ਅਤੇ ਫਿਰ ਕਲਚਰਲ ਆਸਨ ਜਿਹੜੇ ਕਰਨੇ ਚਾਹੀਦੇ ਨੇ। ਪਹਿਲਾਂ ਸਾਨੂੰ ਬੋਡੀ ਦੇ ਰਿਲੈਕਸ ਜਿਹੜੇ ਆਸਨਸ ਹੈਗੇ ਨੇ ਉਹ ਕਰਨੇ ਚਾਹੀਦੇ ਹਨ। ਜੇਕਰ ਯੋਗਾ ਸ਼ਾਮ ਨੂੰ ਕਰਨਾ ਹੈ ਤਾਂ 2-3 ਘੰਟੇ ਜਿਹੜਾ ਦੁਪਹਿਰ ਦਾ ਖਾਣਾ ਹੋਣ ਤੋਂ 4 ਘੰਟਿਆਂ ਤੋਂ ਬਾਅਦ ਇਹ ਯੋਗਿਕ ਐਕਸਰਸਾਈਜ਼ ਕਰਨੀਆਂ ਚਾਹੀਦੀਆਂ। ਯੋਗ ਆਸਨ ਹਰ ਰੋਜ਼ ਕਰਨੇ ਚਾਹੀਦੇ ਹੈ। ਯੋਗ ਆਸਨ ਸਰੀਰਕ ਸਮਰੱਥਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ। ਸਾਨੂੰ ਆਪਣੀ ਬੋਡੀ ਦੇ ਅਕੋਰਡਿੰਗ ਹੀ ਜਿਹੜੀ ਹੈਗੀ ਹੈ ਐਕਸਰਸਾਈਜ਼ ਯੋਗ ਦੀਆਂ ਉਹ ਕਰਨੀਆਂ ਚਾਹੀਦੀਆਂ, ਅਤੇ ਯੋਗਾ ਜਿਹੜਾ ਉਹ ਰੂਟੀਨ ਦੇ ਵਿੱਚ ਕਰਨਾ ਚਾਹੀਦਾ ਹੈ। ਥੈਂਕਸ ਬੇਟਾ।